ਕਰਦੇ ਹਾਂ ਵਾਈਪੇ ਚੌਂਕ ਦਾ, क्योंकि वाइपे चौंक जिथे कि किसानों का मोर्चा जारी है, इस जगह कुछ ही मिनटों के पंचायत मंत्री पहुंचणगे, किसान आगू पहुंचणगे। वाइपे चौंक तो मेरे सहयोगी नपिंदर बराड़ जुड़ चुके हैं। नपिंदर, फिलहाल दी किस तरह दी तस्वीरां, क्योंकि चंगी खबर सामने आई है, 12 मंगां ते सहमति बन चुकी है। देखो बिल्कुल परविंदर, जिस तरह खबर सामने आई कि सहमति बन गई है, बस एक मंग रह गई, ਉਹਦੇ ਤੇ ਵੀ ਗੱਲਬਾਤ ਹੈ ਜਿਹੜੀ, ਕਿਉਂਕਿ ਪ੍ਰੋਸੈਸ ਉਹਦਾ ਵੱਖਰੇ ਤੌਰ ਤੇ ਕੀਤਾ ਜਾਣਾ ਤਾਂ ਕਰਕੇ ਸ਼ਾਇਦ ਉਹ ਪੈਂਡਿੰਗ ਹੈ। ਤਾਂ ਜ਼ਿਆਦਾਤਰ ਮੰਗਾਂ ਤੇ ਕਿਸਾਨਾਂ ਨੂੰ ਚੰਗੀ ਖਬਰ ਮਿਲੀ ਆ। ਤਾਂ ਜੇ ਇਹਦੇ ਵਿੱਚ ਜਿਹੜੇ ਕਿਸਾਨ ਨੇ ਉਹ ਉਤਸ਼ਾਹਿਤ ਨੇ, ਪਰ ਕਿਉਂਕਿ ਬੜਾ ਸਹਿਜਤਾ ਦੇ ਨਾਲ, ਬੜਾ ਠਰਮੇ ਦੇ ਨਾਲ ਚੱਲ ਰਹੇ ਨੇ। ਜਿੱਦਾਂ ਕਹਿੰਦੇ ਆ ਕਿ ਨਾ ਤਾਂ ਕੋਈ ਚੰਗੀ ਖਬਰ ਤੇ ਬਹੁਤਾ ਹੱਲਾ ਗੁੱਲਾ, ਸ਼ਾਂਤੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਕਿ ਜਦੋਂ ਇਹਨਾਂ ਦੀ ਲੀਡਰਸ਼ਿਪ ਆਏਗੀ, ਕਿਉਂਕਿ ਮੀਡੀਆ ਦੇ ਨਾਲ ਹਲੇ ਜਾਣਕਾਰੀ ਤੋਂ ਇਹਨਾਂ ਨੂੰ ਮਿਲ ਰਹੀ ਆ, ਜਦੋਂ ਲੀਡਰਸ਼ਿਪ ਇੱਥੇ ਆਏਗੀ, ਜਿਸ ਤਰ੍ਹਾਂ ਕੈਬਨਿਟ ਮੰਤਰੀ ਆ ਰਹੇ ਨੇ ਕੁਲਦੀਪ ਸਿੰਘ ਧਾਲੀਵਾਲ, ਤਾਂ ਉਹਨਾਂ ਦੇ ਆਉਣ ਤੋਂ ਬਾਅਦ ਦੇਖਣਾ ਹੋਏਗਾ ਕਿਸ ਤਰ੍ਹਾਂ ਦਾ ਰਿਐਕਸ਼ਨ ਹੁੰਦਾ ਇੱਥੇ। ਪਰ ਫਿਲਹਾਲ ਸ਼ਾਂਤ ਸੁਭਾਅ ਬੈਠੇ ਨੇ ਕਿਸਾਨ, ਆਸ-ਪਾਸ ਜਿੰਨੀਆਂ ਵੀ ਤਸਵੀਰਾਂ ਨੇ ਬੜੇ ਸ਼ਾਂਤਮਈ ਬੈਠੇ ਨੇ। ਕੁਝ ਕਿਸਾਨ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲ ਕਰ ਲੈਣੇ। ਕਿਵੇਂ ਦੇਖਦੇ ਹੋ ਬਾਪੂ ਜੀ, ਸੁਨੇਹਾ ਚੰਗਾ ਆਇਆ? ਥੋੜੀ ਦੇਰ ਪਹਿਲਾਂ ਵੀ ਆਪਾਂ ਗੱਲ ਕਰ ਰਹੇ ਸੀ, ਤੁਸੀਂ ਆਏ ਸੀ ਚਲੋ ਚੰਗੀ ਖਬਰ ਆ ਜੇ ਤਾਂ ਅਸੀਂ ਬਹਿ ਕੇ ਕਰਨਾ ਕੀ ਆ। ਹੁਣ ਚੰਗੀ ਖਬਰ ਆ ਰਹੀ ਹੈ, ਆਂਦੇ ਤਕਰੀਬਨ ਗੱਲ ਬਣ ਗਈ, ਮੰਗਾਂ ਮੰਨ ਲੀਆਂ ਗਈਆਂ, ਮੰਤਰੀ ਸਾਹਿਬ ਆ ਰਹੇ ਨੇ ਇੱਥੇ। ਅਸੀਂ ਇਹ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇੱਥੇ ਸਾਡੀਆਂ ਮੰਗਾਂ ਜਿਹੜੀਆਂ ਨੇ 13 ਮੰਗਾਂ ਸੀ, ਜਿੰਦੇ 'ਚ ਇੱਕ ਮੰਗ ਰਹਿ ਗਈ, ਉਹ ਸੈਂਟਰ ਦੇ ਮਤਹਿਤ ਨੇ, ਉਹ ਸਾਨੂੰ ਹੋ ਸਕਦਾ ਵੀ ਉਹ ਵੀ ਸਾਨੂੰ ਮਿਲ ਜਾਵੇ। ਪਰ ਅਸੀਂ ਇਹ ਵਧਾਈ ਦੇ ਪਾਤਰ ਸਰਕਾਰ। ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਕਿ ਇੱਕ ਕਿਸਾਨ ਘਰ ਦਾ ਮੁੰਡਾ ਮੁੱਖ ਮੰਤਰੀ ਬਣਿਆ, ਦਰਮਿਆਨੇ ਘਰ ਦਾ ਮੁੰਡਾ ਮੁੱਖ ਮੰਤਰੀ ਬਣਿਆ, ਤੇ ਉਹ ਸ਼ਾਇਦ ਭਲੀ ਭਾਂਤ ਸਮਝ ਲੂਗਾ ਆਪਣੀ ਤਕਲੀਫ ਨੂੰ। ਲੱਗਦਾ ਹੈ ਕਿ ਵਾਕਈ ਉਹ ਚੀਜ਼ ਦੇਖਣ ਨੂੰ ਮਿਲੀ ਕਿ ਜੇ ਆਮ ਘਰਾਂ ਦੇ ਵਿੱਚੋਂ ਉੱਠਿਆ ਮੁੰਡਾ ਮੁੱਖ ਮੰਤਰੀ ਬਣਿਆ ਤਾਂ ਉਹਨੇ ਆਮ ਘਰਾਂ ਦੀ ਗੱਲ ਜਿਵੇਂ ਸੁਣਨੀ ਚਾਹੀਦੀ, ਤੁਹਾਨੂੰ ਲੱਗਦਾ ਕਿ ਉਵੇਂ ਸੁਣ ਲਈ, ਹੁਣ ਮੰਨਿਆ ਜਾਵੇ? ਬਿਲਕੁਲ ਬਿਲਕੁਲ ਬਿਲਕੁਲ। ਜੇ ਉਹ ਕਿਸਾਨ ਦਾ ਬੱਚਾ ਨਾ ਹੁੰਦਾ ਤੇ ਸਾਡੀਆਂ ਮੰਗਾਂ ਨਹੀਂ ਸੀ ਮੰਨਣੀਆਂ, 2-3 ਹੀ ਮੰਗਣੀਆਂ ਸੀ, ਹੋਰ ਕੋਈ ਹੁੰਦਾ ਤਾਂ। ਉਹ ਕਿਸਾਨ ਦਾ ਬੱਚਾ, ਉਹਨੂੰ ਸਾਡੀ ਦਰਦ ਦਾ ਪੀੜ ਦਾ ਪਤਾ ਹੈ ਵੀ ਕਿਸਾਨ ਨੂੰ ਕੀ ਔਕੜਾਂ ਨੇ, ਕੀ ਪਰੇਸ਼ਾਨੀਆਂ ਨੇ, ਉਹ ਸਾਡੀ ਦਰਦ ਨੂੰ ਸਮਝਦਾ, ਉਹਨੇ ਮੰਗਾਂ ਜਿਹੜੀਆਂ ਸਾਡੀਆਂ ਮੰਨ ਲਈਆਂ ਨੇ। ਤਾਂ ਮੁੱਖ ਮੰਤਰੀ ਦੇ ਨਾਲ ਕਿਤੇ ਨਾ ਕਿਤੇ ਸਹਿਮਤ ਨਜ਼ਰ ਆ ਰਹੇ ਨੇ। ਇੱਧਰ ਹੋਰ ਕਿਸਾਨ ਨੇ, ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਕਿਵੇਂ ਦੇਖਦੇ ਹੋ ਜੀ, ਗੱਲ ਬਣ ਗਈ? ਕਹਿੰਦੇ ਬਾਅਦ ਚ ਨਹੀਂ ਬੈਠਣਾ ਪਿਆ, ਇੱਕ ਰਾਤ ਕੱਟ ਕੇ ਘਰੇ ਜਾਣ ਦਾ ਮੌਕਾ ਮਿਲ ਗਿਆ। ਗੱਲ ਤਾਂ ਬਣ ਗਈ ਜੀ, ਪਰ ਬਣੀ ਕਿਸਾਨਾਂ ਦੇ ਦਬਾਅ ਨਾਲ। ਜੇ ਆਪਾਂ ਆਖਦੀ ਐਵੇਂ ਬਣ ਗਈ, ਇਹ ਦਿੱਲੀ ਵੀ ਗਿਆ ਸੀ, ਉੱਥੋਂ ਲੈ ਕੇ ਨੈਸ਼ਨਲ, ਇਹਨੂੰ ਇਹ ਗੱਲ ਜਿਹੜੀ ਕੱਲ ਹੀ ਕਰ ਲੈਣੀ ਚਾਹੀਦੀ ਸੀ, ਜਿਹੜੀ ਅੱਜ ਕੀਤੀ ਆ। ਪਰ ਦਿੱਲੀ ਪਰ ਸਾਲ ਦੇ ਕਰੀਬ ਜਿਹੜਾ ਸਮਾਂ ਲੱਗਣਾ ਬਹੁਤ ਵੱਡੀ ਗੱਲ ਸੀ, ਪਰ ਇੱਥੇ ਰਾਤੋਂ ਰਾਤ ਦੀ ਗੱਲ ਨਿਬੜ ਗਈ। ਅਸੀਂ ਨਹੀਂ ਜੀ, ਅਸੀਂ ਉਹ ਕਹਿੰਦੇ ਜਿਹੜੀ ਕੱਲ ਮੀਟਿੰਗ ਵਿਚਾਲੇ ਛੱਡ ਕੇ ਕਿਸਾਨਾਂ ਨੂੰ ਜਵਾਬ ਦੇ ਕੇ ਸੱਦ ਕੇ ਬੱਸ ਤੋਂ, ਉਹ ਆਂਦੇ ਹੁੰਦੇ ਨੇ ਜੀ ਅੰਤ ਭਲਾ ਸਭ ਭਲਾ, ਜਿਹੜੀਆਂ ਗੱਲਾਂ ਪਹਿਲਾਂ ਹੋ ਗਈਆਂ ਉਹ ਤਾਂ ਰੌਲੇ ਰੱਪੇ ਘਰਾਂ 'ਚ ਵੀ ਪੈ ਜਾਂਦੇ ਆ। ਪਰ ਅੱਜ ਇੱਕ ਦਿਨ ਬਾਅਦ ਇੱਕ ਚੰਗੀ ਖਬਰ ਮਿਲ ਗਈ ਆ। ਲੱਗਦਾ ਹੈ ਕਿ ਵਾਕਈ ਇਹ ਸੁਨੇਹਾ ਜਿਹੜਾ ਇਸੇ ਤਰ੍ਹਾਂ ਦਾ ਹੋਣਾ ਚਾਹੀਦਾ ਸੀ, ਔਰ ਬੜੀ ਚੰਗੀ ਖਬਰ ਹੈ। ਹਾਂਜੀ ਹਾਂਜੀ, ਸੁਨੇਹਾ ਤਾਂ ਇਸੇ ਤਰ੍ਹਾਂ ਦਾ ਹੋਣਾ ਚਾਹੀਦਾ ਸੀ, ਬਹੁਤ ਵਧੀਆ ਗੱਲ ਆ। ਪਰ ਜੇ ਸਾਨੂੰ ਜਿਹੜਾ ਫਸਲ ਦੇ ਉੱਤੇ ਬੋਨਸ ਵੀ ਮਿਲ ਜੇ ਤਾਂ ਉਹ ਵੀ ਬਹੁਤ ਵਧੀਆ ਗੱਲ ਹੋਊਗੀ। ਹਾਂ, ਉਹਦੇ ਤੇ ਮਸਲਾ ਚੱਲ ਰਿਹਾ ਜੀ। ਕਿਵੇਂ ਦੇਖਦੇ ਹੋ ਜੀ? ਕਹਿੰਦੇ ਮੰਤਰੀ ਆਪ ਆ ਰਿਹਾ, ਕਹਿੰਦੇ ਇੱਥੇ ਆ ਕੇ ਮੰਤਰੀ ਨੇ ਆਪ ਆ ਕੇ ਦੱਸਣਾ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ। ਇਸ ਗੱਲ ਨੂੰ ਕਿਵੇਂ ਦੇਖਦੇ ਹੋ? ਇਹ ਮੰਤਰੀ ਨੂੰ ਕਿਹਾ ਗਿਆ ਕਿ ਖੁਦ ਉਹ ਇੱਥੇ ਆ ਕੇ ਕਿਸਾਨਾਂ ਦੇ ਵਿੱਚ ਆ ਕੇ ਸਾਰੀਆਂ ਜਿਹੜੀਆਂ ਮੰਗਾਂ ਮੰਨੀਆਂ ਨੇ ਉਹਨਾਂ ਦਾ ਐਲਾਨ ਕਰਨਗੇ। ਇਹ ਬਹੁਤ ਵਧੀਆ ਗੱਲ ਹੈ, ਜਿਹੜੀ ਇਹ ਪਿਰਤ ਚੰਗੀ ਪੈ ਰਹੀ ਹੈ ਜੀ। ਆਉਣ ਵਾਲੇ ਸਮੇਂ 'ਚ ਵੀ ਇਹ ਗੱਲ ਚੰਗੀ ਹੈ, ਮਾੜੀ ਨਹੀਂ ਹੈ, ਬਹੁਤ ਵਧੀਆ ਗੱਲ ਹੈ। ਤਾਂ ਇਸ ਗੱਲ ਨੂੰ ਚੰਗੇ ਤਰੀਕੇ ਨਾਲ ਦੇਖਿਆ ਜਾ ਰਿਹਾ, ਪੋਜ਼ਿਟਿਵ ਵੇ ਦੇ ਨਾਲ ਲਿਆ ਜਾ ਰਿਹਾ। ਤਾਂ ਇੱਥੇ ਦੇਖੋ ਹਲੇ ਬੜਾ ਸ਼ਾਂਤ ਕਿਸਾਨ ਬੈਠੇ ਨੇ। ਪਿੱਛੇ ਤਸਵੀਰਾਂ ਸਕਰੀਨ ਤੇ ਦਿਖਾਉਣ ਦੀ ਕੋਸ਼ਿਸ਼ ਕਰੋ, ਪਿੱਛੇ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ। ਜਿੱਥੇ ਬੈਰੀਕੇਡਿੰਗ ਕੀਤੀ ਹੋਈ ਹੈ ਤਾਂ ਉੱਥੇ ਕਿਸਾਨ ਸ਼ੁਰੂ ਹੋ ਗਏ ਨੇ ਇਕੱਠੇ ਹੋਣੇ, ਕਿਉਂਕਿ ਉੱਥੇ ਇੱਕ ਤਰ੍ਹਾਂ ਦੀ ਉਸ ਨੂੰ ਸਟੇਜ ਦੇ ਤੌਰ ਤੇ ਮੰਨਿਆ ਜਾ ਰਿਹਾ ਉਸ ਏਰੀਆ ਨੂੰ। ਤਾਂ ਉੱਥੇ ਕਿਸਾਨ ਇਕੱਠੇ ਹੋ ਰਹੇ ਨੇ, ਔਰ ਥੋੜੀ ਦੇਰ ਬਾਅਦ ਹੀ ਜਿੱਦਾਂ ਹੀ ਉੱਥੇ ਕੈਬਨਿਟ ਮੰਤਰੀ ਪਹੁੰਚਣਗੇ, ਕੁਲਦੀਪ ਧਾਲੀਵਾਲ ਪਹੁੰਚਣਗੇ, ਤਾਂ ਉੱਥੋਂ ਦਾ ਉੱਥੇ ਆ ਕੇ ਸੰਬੋਧਨ ਕਰਨਗੇ, ਸਾਰੇ ਕਿਸਾਨਾਂ ਦੇ ਰੂਬਰੂ ਹੋਣਗੇ, ਗੱਲਬਾਤ ਕਰਨਗੇ। ਤਾਂ ਇੱਥੇ ਕਿਸਾਨਾਂ ਦਾ ਜਿਹੜਾ ਇਕੱਠਾ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ, ਕਿਉਂਕਿ ਜਿਸ ਤਰ੍ਹਾਂ ਦੀ ਉਡੀਕ ਕੀਤੀ ਜਾ ਰਹੀ ਸੀ ਕਿ ਚੰਗੀ ਖਬਰ ਆਵੇ, ਚੰਗਾ ਸੁਨੇਹਾ ਆਵੇ, ਸੁੱਖ ਸੁਨੇਹਾ ਆਵੇ, ਮੰਗਾਂ ਮੰਨ ਲਈਆਂ ਜਾਣ, ਤਾਂ ਉਹ ਸੁਨੇਹਾ ਆ ਗਿਆ। ਮੰਗਾਂ ਮੰਨ ਲਈਆਂ ਗਈਆਂ ਨੇ, ਔਰ ਹੁਣ ਕਿਸਾਨ ਇਕੱਠੇ ਹੋ ਕੇ ਇੱਥੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ। ਪਰ ਕਿਉਂਕਿ ਜਿਹੜੇ ਕਿਸਾਨ ਆਗੂ ਨੇ ਉਹ ਉੱਥੇ ਗਏ ਹੋਏ ਨੇ, ਕਿਸਾਨ ਆਗੂਆਂ ਨੇ ਇੱਥੇ ਆਉਣਾ ਔਰ ਉਹਨਾਂ ਨੇ ਆ ਕੇ ਨਾਲ ਉਹਨਾਂ ਦੇ ਕੈਬਨਿਟ ਮੰਤਰੀ ਨੇ ਪਹੁੰਚਣਾ, ਆ ਕੇ ਇੱਥੇ ਬਾਕੀ ਕਿਸਾਨਾਂ ਨੂੰ ਜਿਹੜੇ ਮੋਰਚਾ ਲਾ ਕੇ ਬੈਠੇ ਨੇ, ਡਟੇ ਹੋਏ ਨੇ ਇੱਥੇ, ਉਹਨਾਂ ਕਿਸਾਨਾਂ ਨੂੰ ਆ ਕੇ ਸੁਨੇਹਾ ਦੇਣਾ। ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਕਿਵੇਂ ਇੱਥੇ ਇਕੱਠ ਆ, ਜਿਹੜਾ ਦੇਖੋ ਇਕੱਠ ਹੋ ਗਿਆ। ਆ ਸਾਹਮਣੇ ਸਟੇਜ ਹੈ ਜਿਹੜਾ ਉਹ ਤਿਆਰ ਹੈ,
ਔਰ ਕਿਸਾਨ ਇੱਥੇ ਇਕੱਠੇ ਹੋ ਗਏ ਨੇ ਕਿ ਜਿਹੜਾ ਸੁੱਖ ਸੁਨੇਹਾ ਮੰਤਰੀ ਨੇ ਦੇਣਾ ਉਹ ਇੱਥੇ ਆ ਕੇ ਦੇਣਗੇ ਤਾਂ ਸਭ ਦੇ ਸਾਹਮਣੇ ਇੱਥੇ ਖੁੱਲ੍ਹ ਕੇ ਜਿਹੜੀ ਹੈ ਗੱਲ ਹੋਵੇਗੀ। ਤੇ ਤਸਵੀਰਾਂ ਨੇ ਦੇਖੋ, ਬੈਰੀਕੇਡ ਜਿੱਥੇ ਕਿਹਾ ਜਾ ਰਿਹਾ ਸੀ ਕਿ ਬੈਰੀਕੇਡ ਜੇ ਤੋੜਨਾ ਪਿਆ ਤਾਂ ਬੈਰੀਕੇਡ ਤੋੜਿਆ ਜਾ ਸਕਦਾ, ਤਾਂ ਉੱਥੇ ਹੁੰਦੀਆਂ ਇਹ ਤਸਵੀਰਾਂ ਨੇ। ਇਕੱਠੇ ਹੋਏ ਨੇ ਕਿਸਾਨ, ਇੱਥੇ ਬੈਠੇ ਨੇ ਔਰ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਦੋਂ ਆਉਣਗੇ ਔਰ ਆ ਕੇ ਜੋ ਕੁਝ ਅੰਦਰ ਚਰਚਾਵਾਂ ਹੋਈਆਂ ਨੇ, ਜੋ ਕੁਝ ਗੱਲਬਾਤ ਅੰਦਰ ਹੋਈ ਹੈ, ਉਸ ਗੱਲਬਾਤ ਦਾ ਜਿਹੜਾ ਸਿੱਟਾ ਹੈ ਉਹ ਇੱਥੇ ਆ ਕੇ ਜ਼ਿਕਰ ਕੀਤਾ ਜਾਏਗਾ, ਇੱਥੇ ਦੱਸਿਆ ਜਾਵੇਗਾ। ਤਾਂ ਕਿਵੇਂ ਦੇਖਦੇ ਹੋ ਜੀ, ਗੱਲ ਬਣ ਗਈ ਕਹਿੰਦੇ ਔਰ ਹੁਣ ਇੱਥੇ ਆ ਰਹੇ ਨੇ ਮੰਤਰੀ, ਆ ਕੇ ਤੁਹਾਡੇ ਸਾਹਮਣੇ ਇੱਥੇ ਸਾਰੀਆਂ ਗੱਲਾਂ ਬਾਤਾਂ ਕਰਨਗੇ। ਠੀਕ ਆ ਜੀ, ਹਾਂ ਅਸੀਂ ਤੇ ਇਹੋ ਅਸੀਂ ਚਾਹੁੰਦੇ ਹਾਂ ਵੀ ਗੱਲ ਬਣ ਜਾਵੇ ਤੇ ਚੱਲ ਸ਼ਾਂਤੀ ਨਾਲ ਇੱਥੇ ਉੱਠ ਜੀਏ ਤੇ ਬਹੁਤ ਵਧੀਆ ਹੋ ਗਿਆ ਜਾਂਦੇ ਤੇ ਗੱਲਬਾਤ ਦੱਸਣ ਸਾਨੂੰ। ਇੱਥੇ ਮੋਰਚਾ ਸਾਰਿਆਂ ਤੋਂ ਮੂਹਰੇ ਹੋ ਕੇ ਲਾਇਆ, ਤਾਂ ਹੀ ਲਾਇਆ ਵੀ ਸੁਣਦੇ ਨੇੜੇ ਹੋ ਕੇ ਵੀ ਕੀ ਗੱਲ ਹੋਈ ਹੈ। ਹਾਂ ਤਾਂ ਹੀ ਲਾਇਆ, ਤਾਂ ਹੀ ਕੱਲ ਦੇ ਆਏ ਆ, ਮੋਰਚਾ ਲਾਇਆ ਕਰਕੇ ਵੀ ਸੁਣਾਂਗੇ ਸਾਰਾ ਕੁਝ ਹੀ, ਸਾਰਾ ਕੁਝ ਸੁਣ ਕੇ ਜਾਵਾਂਗੇ। ਹੁਣ ਤਾਂ ਹੀ ਆਏ, ਤਾਂ ਉੱਠੇ ਨਹੀਂ, ਅਸੀਂ ਤਾਂ ਪੱਕੇ ਬਹਿ ਗਏ ਹਾਂ ਇੱਥੇ ਆਣ ਕੇ। ਲਾ ਲਏ ਫੇਰ ਦਿੱਲੀ ਨੂੰ ਮੋਰਚੇ, ਆਏ ਹੁਣ ਦਿੱਲੀ ਨੂੰ ਫੇਰ ਨਹੀਂ ਉੱਠਣਾ ਵੀ। ਲਓ ਜੀ, ਪੱਕਾ ਮੋਰਚਾ ਲਾ ਲਿਆ ਸੀ, ਕਹਿੰਦੇ ਸੀ ਦਿੱਲੀ ਨੂੰ ਸਲਾਹ ਕਰ ਲਈ ਸੀ ਵੀ ਹੁਣ ਨਹੀਂ ਉੱਠਣਾ, ਪਰ ਸਰਕਾਰ ਨੇ ਇੱਕ ਦਿਨ ਦੇ ਵਿੱਚ ਹੀ ਮਸਲਾ ਹੱਲ ਕਰਤਾ ਕਹਿੰਦੇ, ਔਰ ਇੱਥੋਂ ਉੱਠਣ ਦੀ ਗੱਲ ਹੋਣ ਲੱਗੀ ਆ। ਬਾਈ ਜੀ ਕਿਵੇਂ ਦੇਖਦੇ ਹੋ, ਸੌਖੀ ਸਕਾਲੀ ਇੱਕ ਰਾਤ ਜ਼ਰੂਰ ਇੱਥੇ ਬੇਸ਼ੱਕ ਕੱਟਣੀ ਪੈ ਗਈ, ਪਰ ਗੱਲ ਛੇਤੀ ਬਣ ਗਈ। ਬਿਲਕੁਲ ਜੀ, ਸਵਾਗਤ ਹੈ ਸਰਕਾਰ ਦੇ ਫੈਸਲੇ ਦਾ। 13 ਮੰਗਾਂ ਚੋਂ ਜੋ ਖਬਰ ਆ ਰਹੀ ਹੈ ਕਿ 12 ਮੰਗਾਂ ਸਾਡੀਆਂ ਮੰਨੀਆਂ ਗਈਆਂ। ਸੌਖੀ ਸੁਖਾਲੀ ਨਹੀਂ, ਬੇਸ਼ੱਕ ਇੱਥੇ ਕੁਝ ਸੁਵਿਧਾਵਾਂ ਸੀ ਦਿੱਲੀ ਨਾਲੋਂ, ਪਰ ਸਾਡੇ ਕੰਮ ਪਿੱਛੇ ਬਹੁਤ ਪਛੜ ਰਹੇ ਸੀ। ਇੱਕ ਪਾਸੇ 1 ਸਾਲ ਤੇ ਇੱਕ ਪਾਸੇ 1 ਦਿਨ, ਫਰਕ ਵੀ ਬੜਾ। ਵੈਸੇ ਬੰਦੀ ਤਾਂ ਸੌਖੀ ਗਈ ਨਹੀਂ, ਬਿਲਕੁਲ ਇੱਥੇ ਤਾਂ 6-6 ਮਹੀਨੇ ਦਾ ਪ੍ਰਬੰਧ ਕਰਕੇ ਆਏ ਸੀ, ਤੁਸੀਂ ਤਾਂ ਕਹਿੰਦੇ। ਮੈਂ ਤਾਂ ਉਹੀ ਗੱਲ ਕਰ ਰਿਹਾ, ਬੇਸ਼ੱਕ ਅਸੀਂ 6 ਮਹੀਨੇ ਦਾ ਵੀ ਸਾਲ ਬਹਿ ਜਾਂਦੇ, ਪਰ ਜਿਹੜਾ ਸਾਡੇ ਕਿਸਾਨ ਦੀ ਹਾਲਾਤ ਆ ਪੰਜਾਬ ਦੀ, ਜੇ ਤੁਸੀਂ ਗਰਾਊਂਡ ਰਿਪੋਰਟ ਦੇਖੋ, ਬਹੁਤ ਹੀ ਇੱਕ ਤਰਸਯੋਗ ਹਾਲਤ ਹੈ ਕਿਸਾਨ ਦੀ। ਉਹ ਕਰਜ਼ੇ ਦੇ ਵਿੱਚ ਜਕੜਿਆ ਹੋਇਆ, ਉਹ ਕਿਸੇ ਨਾ ਕਿਸੇ ਤਰ੍ਹਾਂ ਹੱਥ ਪੈਰ ਮਾਰ ਰਿਹਾ ਕਿ ਮੈਂ ਇਹਦੇ ਤੋਂ ਬਾਹਰ ਆਵਾਂ। ਸੋ ਇਸੇ ਇਦਾਂ ਦੇ ਹਾਲਾਤਾਂ ਵਿੱਚ ਇੱਕ ਦਿਨ ਵੀ ਬਹੁਤ ਹੁੰਦਾ। ਬੇਸ਼ੱਕ ਅਸੀਂ 1 ਸਾਲ ਤੱਕ ਵੀ ਰਹਿ ਜਾਂਦੇ, ਪਰ ਇੱਕ ਦਿਨ ਵੀ ਬਹੁਤ ਹੁੰਦਾ। ਇੱਕ ਹੋਰ ਚੀਜ਼, ਐਟੀਟਿਊਡ ਕਿਵੇਂ ਦੇਖਦੇ ਹੋ ਸਰਕਾਰ ਦਾ, ਕਿ ਮੰਤਰੀ ਨੂੰ ਕਿਹਾ ਗਿਆ ਕਿ ਉਹ ਆਪ ਆ ਕੇ ਇੱਥੇ ਅਨਾਉਂਸ ਕਰਨ, ਸਾਰਿਆਂ ਦੇ ਸਾਹਮਣੇ ਆ ਕੇ ਗੱਲ ਰੱਖਣ, ਇਸ ਐਟੀਟਿਊਡ ਨੂੰ ਕਿਵੇਂ ਦੇਖਿਆ ਜਾ ਰਿਹਾ? ਬਿਲਕੁਲ ਸਵਾਗਤਯੋਗ ਆ ਕਿ ਮੰਤਰੀ ਸਾਹਿਬ ਆਪ ਆ ਰਹੇ ਨੇ, ਪਰ ਜਿਹੜੀ ਰਾਤ ਦੀ ਬਿਆਨਬਾਜ਼ੀ ਸੀਐਮ ਭਗਵੰਤ ਮਾਨ ਦੀ ਆ, ਉਹਦੇ ਵਿੱਚ ਲੱਗ ਰਿਹਾ ਸੀ ਕਿ ਜਿਹੜਾ ਐਮਪੀ ਭਗਵੰਤ ਮਾਨ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਲੱਗ ਰਿਹਾ ਸੀ। ਜੋ ਇਹਨਾਂ ਦੀ ਰਾਤ ਦੀ ਬੋਲਬਾਣੀ ਸੀ, ਜੋ ਇਹਨਾਂ ਦਾ ਮੁਰਦਾਬਾਦ ਨੂੰ ਵੀ ਇੱਕ ਗਾਲ ਸਮਝ ਰਹੇ ਸੀ। ਪਰ ਇਹ ਸਵਾਗਤਯੋਗ ਆ ਜੋ ਇਹਨਾਂ ਨੇ ਫੈਸਲਾ ਲਿਆ ਕਿ ਮੰਤਰੀ ਸਾਹਿਬ ਆਪ ਇੱਥੇ ਆ ਰਹੇ ਨੇ। ਸਵਾਗਤਯੋਗ ਆ, ਜੇ ਲੋਕਾਂ ਦੀ ਸੁਣਨਗੇ, ਲੋਕਾਂ ਦੀ ਮੰਨਣਗੇ, ਫੇਰ ਹੀ ਅਸਲ ਵਿੱਚ ਬਦਲਾਅ, ਨਹੀਂ ਤਾਂ ਬਦਲਾਅ ਦੀ ਤੇ ਬਾਕੀ ਸਰਕਾਰਾਂ ਤੇ ਜੇ ਇਹ ਕਹਿੰਦੇ ਮੈਂ ਕਿਸਾਨ ਆ, ਤੇ ਬਾਦਲ ਤੇ ਕੈਪਟਨ ਵੀ ਕਿਸਾਨ ਸੀ, ਪਰ ਕਿਸਾਨ ਦੀ ਹਾਲਤ ਬਹੁਤ ਨਿਘਾਰ ਵੱਲ ਗਈ ਆ। ਸੋ ਸਵਾਗਤਯੋਗ ਫੈਸਲਾ ਹੈ। ਤਾਂ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ। ਤਾਂ ਇਹ ਤਸਵੀਰਾਂ ਨੇ ਇੱਥੋਂ ਦੀਆਂ, ਔਰ ਇੱਥੇ ਹੀ ਥੋੜੀ ਦੇਰ ਬਾਅਦ ਜਿਹੜੇ ਮੰਤਰੀ ਕੁਲਦੀਪ ਧਾਲੀਵਾਲ ਨੇ ਆਉਣਾ, ਔਰ ਇੱਥੇ ਬਾਕੀ ਲੀਡਰਸ਼ਿਪ ਆ ਜਿਹੜੀ ਕਿਸਾਨਾਂ ਦੀ, ਉਹ ਇੱਥੇ ਆਏਗੀ ਔਰ ਆ ਕੇ ਸਾਰੇ ਕਿਸਾਨਾਂ ਦੇ ਸਾਹਮਣੇ ਪੂਰੀ ਗੱਲਬਾਤ ਰੱਖੀ ਜਾਏਗੀ, ਕੀ ਕੁਝ ਅੰਦਰ ਚਰਚਾਵਾਂ ਹੋਈਆਂ ਔਰ ਕੀ ਕੁਝ ਫੈਸਲੇ ਹੋਏ। ਜੀ ਤਾਂ ਧਰਨੇ ਤੋਂ ਰੁਪਿੰਦਰ ਬਰਾੜ ਸਾਡੇ ਸਹਿਯੋਗੀ ਲਗਾਤਾਰ ਅਪਡੇਟ ਦੇ ਰਹੇ ਨੇ। ਕਿਸਾਨ ਕਹਿ ਰਹੇ ਨੇ ਕਿ ਚੰਗੀ ਗੱਲ ਹੈ, ਸਹਿਮਤੀ ਬਣ ਗਈ ਹੈ, ਚੰਗੀ ਗੱਲ ਹੈ, ਸਰਕਾਰ ਨੇ ਮੰਗਾਂ ਮੰਨ ਲਈਆਂ ਨੇ। ਇਹ ਨੁਪਿੰਦਰ ਇੱਕ ਬੜੀ ਜ਼ਾਹਿਰ ਜੀ ਗੱਲ ਹੈ, ਭਗਵੰਤ ਮਾਨ ਇੱਕ ਗੱਲ ਬਾਰ-ਬਾਰ ਕਹਿੰਦੇ ਰਹੇ ਨੇ ਕਿ ਸਾਨੂੰ ਸਮਾਂ ਦਿਓ, ਸਰਕਾਰ ਨੂੰ ਸਮਾਂ ਦਿਓ। 2 ਮਹੀਨਿਆਂ ਦੇ ਵਿੱਚ ਕੋਈ ਵੀ ਮੁੱਦਾ ਹੱਲ ਨਹੀਂ ਹੁੰਦਾ। ਹਾਲਾਂਕਿ ਜਿਹੜੇ 12 ਜਿਹੜੀਆਂ ਗੱਲਾਂ ਤੇ ਕਿਹਾ ਜਾ ਰਿਹਾ ਸਹਿਮਤੀ ਬਣ ਗਈ ਹੈ, ਉਹਨਾਂ ਦਾ ਬ੍ਰੇਕਅਪ ਕੀ ਹੋਊਗਾ ਉਹ ਤੇ ਆ ਕੇ ਉਹ ਦੱਸਣਗੇ। ਪਰ ਕੀ ਕਿਸਾਨ ਇਹ ਸਮਝਦੇ ਨੇ ਵੀ ਵਾਕਿਆ ਹੀ ਸਮਾਂ ਦੇਣ ਦੀ ਜ਼ਰੂਰਤ ਹੈ? ਫਿਲਹਾਲ ਕੋਈ ਵੀ ਸਰਕਾਰ ਨਵੀਂ ਬਣਦੀ ਹੈ ਤਾਂ 2 ਮਹੀਨਿਆਂ ਦੇ ਵਿੱਚ ਤਾਂ ਕਦੇ ਵੀ ਕੋਈ ਮਸਲਾ ਹੱਲ ਨਹੀਂ ਹੁੰਦਾ। ਦੇਖੋ ਵਿਜੇ, ਕਿਉਂਕਿ ਨਾਅਰੇਬਾਜ਼ੀ ਵੀ ਹੋ ਰਹੀ ਆ ਤਾਂ ਜ਼ਿਆਦਾ ਮੈਂ ਤੁਹਾਡੀ ਗੱਲ ਪੂਰੀ ਤਰ੍ਹਾਂ ਸਮਝ ਨਹੀਂ ਪਾਇਆ, ਪਰ ਮੈਂ ਜਿੰਨਾ ਕੁ ਮੈਂ ਸਮਝ ਪਾਇਆ ਉਹਦੇ ਮੁਤਾਬਕ ਗੱਲ ਕਰਨ ਦੀ ਕੋਸ਼ਿਸ਼ ਕਰਦਾ ਕਿਸਾਨ ਆਗੂਆਂ ਦੇ ਨਾਲ। ਸੁਖਿੰਦਰ ਜੀ ਥੋੜਾ ਪਿੱਛੇ ਹੋ ਕੇ, ਤਾਂ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਦਾ ਕਿਸਾਨ ਆਗੂਆਂ ਦੇ ਨਾਲ ਕਿ ਕੀ ਕੁਝ ਇਸ ਵੇਲੇ ਇਹਨਾਂ ਦੇ ਜ਼ਿਹਨ ਦੇ ਵਿੱਚ ਚੱਲ ਰਿਹਾ। ਭਾਈ ਜੀ ਕਿਵੇਂ ਦੇਖਦੇ ਹੋ, ਜਿਸ ਤਰ੍ਹਾਂ ਹੁਣ ਆ ਕੇ ਜਿਹੜਾ ਪੂਰਾ ਵਿਚਾਰ ਚਰਚਾ ਜਿਹੜੀ ਅੰਦਰ ਹੋਈ ਹੈ ਉਹਦੇ ਬਾਰੇ ਤਾਂ ਆ ਕੇ ਜਾਣਕਾਰੀ ਦਿੱਤੀ ਜਾਵੇਗੀ, ਪਰ ਹੁਣ ਕਿਸਾਨਾਂ ਨੂੰ ਕਿਵੇਂ ਲੱਗਦਾ ਹੈ ਕਿ ਸਰਕਾਰ ਕਿਤੇ ਨਾ ਕਿਤੇ ਇੱਕ ਜਿਹੜਾ ਬਦਲਾਅ ਆਇਆ ਜਾਂ ਫਰਕ ਆਇਆ, ਲੱਗਦਾ ਤੁਹਾਨੂੰ ਕਿ ਉਸ ਪਾਸੇ ਵੱਲ ਜਿਵੇਂ ਧਰਨੇ ਵਾਲੀ ਥਾਂ ਤੋਂ ਅਸੀਂ ਤੁਹਾਨੂੰ ਵਿਜ਼ੂਅਲ ਦਿਖਾ ਰਹੇ ਹਾਂ, ਸਾਡੇ ਸਹਿਯੋਗੀ ਨੁਪਿੰਦਰ ਬਰਾੜ ਗੱਲਬਾਤ ਕਰ ਰਹੇ ਨੇ। ਉਧਰੋਂ ਕਾਫਿਲਾ ਕਿਸਾਨਾਂ ਦਾ ਜਿਹੜਾ ਹੈ ਉਹ ਪੰਜਾਬ ਭਵਨ ਤੋਂ ਚੱਲ ਪਿਆ, ਥੋੜੀ ਦੇਰ ਦੇ ਵਿੱਚ ਪਹੁੰਚਣਗੇ ਧਰਨੇ ਵਾਲੀ ਥਾਂ ਤੇ, ਔਰ ਉੱਥੇ ਜਿਹੜੇ ਕੈਬਨਿਟ ਮਿਨਿਸਟਰ ਨੇ ਉਹ ਵੀ ਉਹਨਾਂ ਨੂੰ ਸੰਬੋਧਨ ਕਰਨਗੇ। ਪੰਜਾਬ ਭਵਨ ਤੋਂ YPS ਚੌਂਕ ਦੇ ਲਈ ਕਿਸਾਨ ਵੀ ਚੱਲ ਪਏ ਨੇ,
ਔਰ ਕੈਬਨਿਟ ਮੰਤਰੀ ਜਿਹੜੇ ਨੇ ਕੁਲਦੀਪ ਸਿੰਘ ਧਾਲੀਵਾਲ ਪੰਚਾਇਤ ਮੰਤਰੀ, ਉਹ ਇਸ ਬਾਬਤ ਪੂਰੀ ਜਾਣਕਾਰੀ ਦੇਣਗੇ ਕਿ ਜਿਹੜੀਆਂ ਮੰਗਾਂ ਤੇ ਸਹਿਮਤੀ ਬਣੀ ਹੈ ਉਹਨਾਂ ਦਾ ਕ੍ਰਾਈਟੇਰੀਆ ਕੀ ਹੋਊਗਾ, ਕਿਵੇਂ ਸਰਕਾਰ ਨੇ ਇਹ ਸਾਰੀਆਂ ਮੰਗਾਂ ਮੰਨੀਆਂ ਨੇ, ਕੀ ਉਸ ਨੂੰ ਲੈ ਕੇ ਅੱਗੇ ਸਰਕਾਰ ਕਦਮ ਚੱਕੇਗੀ। ਕਿਉਂਕਿ ਬਹੁਤ ਸਾਰੇ ਕੁਝ ਇਸ਼ੂ ਐਸੇ ਵੀ ਸੀਗੇ ਜਿਹਦੇ 'ਚ ਕਿਸਾਨ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕਰ ਰਹੇ ਸੀ। ਮਸਲਨ ਪਿਛਲੇ ਦਿਨੀ MSP ਨੂੰ ਲੈ ਕੇ ਮੂੰਗੀ ਦੀ ਇੱਕ ਫੈਸਲਾ ਲਿਆ ਸੀ, ਉਸ ਬਾਬਤ ਉਹਨਾਂ ਨੇ ਕਿਹਾ ਕਿ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਕੁਝ ਪਿਛਲੀ ਸਰਕਾਰ ਦੇ ਲਏ ਹੋਏ ਫੈਸਲੇ ਸੀ ਗੰਨੇ ਦੇ ਪ੍ਰਾਈਸ ਨੂੰ ਲੈ ਕੇ, ਔਰ ਉਹ ਵੀ ਉਸ ਬਾਰੇ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਔਰ ਕਿਸਾਨਾਂ ਦੀ ਇਹ ਮੰਗ ਸੀ ਕਿ ਸਾਡਾ ਇਹ ਨੋਟੀਫਿਕੇਸ਼ਨ ਜਿਹੜੇ ਨੇ ਜਾਰੀ ਕੀਤੇ ਜਾਣ। ਇਸ ਤੋਂ ਇਲਾਵਾ ਇੱਕ ਮੁੱਦਾ ਜਿਹੜਾ ਸੀ ਉਹ ਪੰਚਾਇਤੀ ਜ਼ਮੀਨਾਂ ਤੇ ਜਿਹੜਾ ਪਿਛਲੇ ਦਿਨੀ ਸਰਕਾਰ ਵੱਲੋਂ ਵੱਡੇ ਦਾਅਵੇ ਕੀਤੇ ਗਏ ਕਿ ਅਸੀਂ ਪੰਚਾਇਤੀ ਜ਼ਮੀਨਾਂ ਤੇ ਜਿਹੜੇ ਕਬਜ਼ੇ ਨੇ ਉਹਨਾਂ ਨੂੰ ਛੁਡਾ ਰਹੇ ਹਾਂ, ਪਰ ਉਸ ਦੇ ਵਿੱਚ ਬਹੁਤ ਸਾਰੇ ਕਿਸਾਨ ਸਾਹਮਣੇ ਆਏ ਜਿਨ੍ਹਾਂ ਨੇ ਕਿਹਾ ਕਿ ਸਾਨੂੰ 70 80 ਸਾਲ ਤੋਂ ਪੱਟੇ ਤੇ ਜ਼ਮੀਨਾਂ ਮਿਲੀਆਂ ਨੇ, ਉਹ ਬੰਜਰ ਜ਼ਮੀਨਾਂ ਸੀ, ਬੇਆਬਾਦ ਜ਼ਮੀਨਾਂ ਸੀ ਜਿਨ੍ਹਾਂ ਨੂੰ ਅਸੀਂ ਆਬਾਦ ਕੀਤਾ, ਸਾਡੇ ਦਾਦੇ ਪੜਦਾਦਿਆਂ ਨੇ ਆਬਾਦ ਕੀਤਾ, ਉੱਥੇ ਫਸਲਾਂ ਹੋਣ ਲੱਗੀਆਂ ਤੇ ਹੁਣ ਸਰਕਾਰ ਸਾਡੇ ਤੋਂ ਵਾਪਸ ਖੋ ਰਹੀ ਹੈ। ਉਸ ਮੰਗ ਨੂੰ ਵੀ ਕਿਸਾਨਾਂ ਵੱਲੋਂ ਸ਼ਾਮਲ ਕੀਤਾ ਗਿਆ ਕਿ ਉਹਨਾਂ ਕਿਸਾਨਾਂ ਨੂੰ ਮਾਲਕੀ ਦਿੱਤੀ ਜਾਵੇ ਬਜਾਏ ਉਹਨਾਂ ਤੋਂ ਪੰਚਾਇਤੀ ਜ਼ਮੀਨਾਂ ਛਡਾਉਣ ਦੇ। ਹੁਣ ਇਹ ਸਾਰੇ ਮੁੱਦੇ ਸੀਗੇ, ਹੁਣ ਇਹਨਾਂ ਚੋਂ ਕਿਸ ਤਰੀਕੇ ਨਾਲ ਸਹਿਮਤੀ ਬਣੀ ਹੈ ਕੀ ਉਹ ਦੱਸਣਗੇ, ਇਹ ਅਸੀਂ ਡਿਟੇਲ ਦੀ ਵੇਟ ਕਰ ਰਹੇ ਹਾਂ, ਇੰਤਜ਼ਾਰ ਕਰ ਰਹੇ ਹਾਂ। ਥੋੜੀ ਦੇਰ ਦੇ ਵਿੱਚ ਜਦੋਂ ਉੱਥੇ ਕਿਸਾਨ ਆਗੂ ਪਹੁੰਚਣਗੇ ਧਰਨੇ ਵਾਲੀ ਜਗ੍ਹਾ ਤੇ ਔਰ ਉੱਥੇ ਸਾਰੇ ਜਿਹੜੇ ਕਿਸਾਨ ਬੈਠੇ ਨੇ ਧਰਨੇ ਤੇ ਉਹਨਾਂ ਨੂੰ ਸੰਬੋਧਨ ਕੀਤਾ ਜਾਏਗਾ, ਉਹਨਾਂ ਨੂੰ ਸਰਕਾਰ ਨਾਲ ਹੋਈ ਮੀਟਿੰਗ ਦੀ ਜਾਣਕਾਰੀ ਦਿੱਤੀ ਜਾਏਗੀ। ਕੈਬਨਿਟ ਮੰਤਰੀ ਵੀ ਜਿਵੇਂ ਕਿਹਾ ਜਾ ਰਿਹਾ ਕਿ ਕੁਲਦੀਪ ਸਿੰਘ ਧਾਲੀਵਾਲ ਉੱਥੇ ਜਾਣਗੇ, ਤਾਂ ਹੋ ਸਕਦਾ ਹੈ ਕੁਲਦੀਪ ਸਿੰਘ ਧਾਲੀਵਾਲ ਵੀ ਉੱਥੇ ਕਿਸਾਨਾਂ ਨੂੰ ਸੰਬੋਧਨ ਕਰਨ ਜਾਂ ਉਹਨਾਂ ਨੂੰ ਸਰਕਾਰ ਨਾਲ ਹੋਈ ਮੀਟਿੰਗ ਜਾਂ ਜਿਹੜੇ ਮੁੱਦਿਆਂ ਤੇ ਸਹਿਮਤੀ ਬਣੀ ਹੈ ਉਹਨੂੰ ਕਿਸ ਤਰੀਕੇ ਨਾਲ ਲਾਗੂ ਕੀਤਾ ਜਾਣਾ ਹੈ ਉਸ ਬਾਬਤ ਜਾਣਕਾਰੀ ਦੇਣ। ਸੋ ਕੁਝ ਮਿੰਟਾਂ ਦੀ ਗੱਲ ਹੈ, ਥੋੜੀ ਦੇਰ ਦੇ ਵਿੱਚ ਕਿਸਾਨ ਉੱਥੇ ਪਹੁੰਚ ਜਾਣਗੇ ਔਰ ਉਸ ਤੋਂ ਬਾਅਦ ਫਿਰ ਇਹ ਧਰਨਾ ਖਤਮ ਕਰਨ ਬਾਰੇ ਪਹਿਲਾਂ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਏਗੀ ਤੇ ਉਸ ਤੋਂ ਬਾਅਦ ਧਰਨਾ ਚੱਕਿਆ ਜਾਣਾ ਹੈ। ਅਮਨ ਭਾਰਦਵਾਜ ਸਾਡੇ ਸਹਿਯੋਗੀ ਜੁੜੇ ਨੇ, ਅਮਨ ਦੇ ਨਾਲ ਗੱਲਬਾਤ ਕਰਦੇ ਹਾਂ। ਅਮਨ, ਵੱਖ-ਵੱਖ ਮੁੱਦੇ ਨੇ, ਵੱਖ-ਵੱਖ ਮੰਗਾਂ ਨੇ, ਕ੍ਰਾਈਟੇਰੀਆ ਕੀ ਹੋਊਗਾ, ਕਿਵੇਂ ਸਰਕਾਰ ਨੇ ਉਹਨਾਂ ਨੂੰ ਮੰਨਿਆ, ਕਿਵੇਂ ਲਾਗੂ ਕਰਨਾ ਹੈ, ਇਸ ਬਾਬਤ ਤੇ ਹੁਣ ਜਾਣਕਾਰੀ ਦੇਣ ਤੋਂ ਬਾਅਦ ਹੀ ਸਪਸ਼ਟ ਹੋ ਪਾਏਗਾ ਕਿ ਉਸ ਤੋਂ ਬਾਅਦ, ਕਿਉਂਕਿ ਜਿਹੜੇ ਧਰਨੇ ਤੇ ਕਿਸਾਨ ਬੈਠੇ ਨੇ ਉਹਨਾਂ ਨੂੰ ਵੀ ਕੌਨਫੀਡੈਂਸ 'ਚ ਲੈਣਾ ਬੜਾ ਜ਼ਰੂਰੀ ਹੈ। ਸਿੱਧਾ ਜਾ ਕੇ ਲੀਡਰ ਐਲਾਨ ਨਹੀਂ ਕਰ ਸਕਦੇ ਕਿ ਅਸੀਂ ਧਰਨਾ ਖਤਮ ਕਰਦੇ ਹਾਂ, ਪਹਿਲਾਂ ਸਾਰੀ ਜਾਣਕਾਰੀ ਦੇਣੀ ਪਏਗੀ। ਲਾਜ਼ਮੀ ਤੌਰ ਤੇ ਵਿਜੇ, ਔਰ ਇਹੀ ਤੁਸੀਂ ਬਿਲਕੁਲ ਸਹੀ ਜ਼ਿਕਰ ਕਰ ਰਹੇ ਹੋ ਕਿ ਕਿਸਾਨਾਂ ਨੇ ਕਿਉਂਕਿ ਕਾਲ ਦਿੱਤੀ, ਪਹਿਲਾਂ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਕੱਲ ਮੀਟਿੰਗ ਹੋ ਰਹੀ ਹੈ ਤਾਂ ਉਹ ਨਾ ਆਉਣ, ਤਾਂ ਇਕੱਠ ਨਹੀਂ ਹੋਇਆ। ਫਿਰ ਉਸ ਤੋਂ ਬਾਅਦ ਜਦ ਮੀਟਿੰਗ ਕੈਂਸਲ ਹੋਈ ਤਾਂ ਇੱਕ ਈਗੋ ਜ਼ਰੂਰ ਹਰਟ ਹੋਈ ਕਿਸਾਨ ਆਗੂਆਂ ਦੀ ਜਿਹੜੇ ਕੱਲ ਮੌਜੂਦ ਸੀਗੇ। ਫਿਰ ਦੁਬਾਰਾ ਤੋਂ ਕਾਲ ਦੇਣੀ ਪਈ ਔਰ ਕੱਲ ਚੰਡੀਗੜ੍ਹ ਵੱਲ ਜਦ ਕੂਚ ਕੀਤਾ ਗਿਆ ਤਾਂ ਇਹ ਕਹਿ ਦਿੱਤਾ ਗਿਆ ਕਿ ਇਹ ਪੱਕਾ ਮੋਰਚਾ ਹੈ। ਤਾਂ ਕਿਸਾਨ ਜਿਹੜੇ ਨਾਲ ਆਪਣੇ ਫਰਿੱਜ, ਮੋਟਰਸਾਈਕਲ, ਰਾਸ਼ਨ ਮਹੀਨਿਆਂ ਦਾ ਉਹ ਨਾਲ ਲੈ ਕੇ ਆਏ ਨੇ, ਉਹਨਾਂ ਨੂੰ ਇੱਕਦਮ ਕਹਿਣਾ ਕਿ ਕੱਲ ਆ ਜਾਓ, ਅੱਜ ਚਲੇ ਜਾਓ, ਇਹ ਪੋਸੀਬਲ ਨਹੀਂ ਹੈ। ਤਾਂ ਉਹ ਵੀ ਇੱਕ ਕਿਸਾਨ ਆਗੂ ਨੂੰ ਇਹ ਵੀ ਡਰ ਹੈ ਕਿ ਕੱਲ ਨੂੰ ਫਿਰ ਕਿਸਾਨ ਉਹਨਾਂ ਤੋਂ ਪਿੱਛੇ ਹਟਣਗੇ ਉਹਨਾਂ ਦੀ ਕਾਲ ਤੋਂ। ਔਰ ਦੂਜੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਮੁਲਾਕਾਤ CM ਦੇ ਨਾਲ ਹੋਈ ਹੈ, ਭਗਵੰਤ ਮਾਨ ਦੇ ਨਾਲ ਹੋਈ ਹੈ, ਤਾਂ ਇੱਕ ਸਕਾਰਾਤਮਕ ਨਜ਼ਰੀਆ ਜ਼ਰੂਰ ਝਲਕਦਾ ਹੈ ਸਰਕਾਰ ਦਾ ਕਿ ਸਹਿਮਤੀ ਬਣੀ ਹੈ। ਪਰ 13 ਮੁੱਦੇ ਅਜਿਹੇ ਥੇ ਜੋ ਲਿਸਟ ਕੀਤੇ ਗਏ ਥੇ ਕੱਲ ਦੇ ਮੰਗ ਪੱਤਰ ਦੇ ਅੰਦਰ, ਜੋ ਅੱਧੇ ਤੋਂ ਜ਼ਿਆਦਾ ਪੰਜਾਬ ਸਰਕਾਰ ਦੇ ਕੋਲ ਨੇ ਔਰ ਕੇਂਦਰ ਦੇ ਕੋਲ ਆਉਂਦੇ ਨੇ, ਔਰ ਜਿਨ੍ਹਾਂ ਕੁਝ ਅਜਿਹੇ ਨੇ ਜਿਨ੍ਹਾਂ ਤੇ ਕੇਵਲ ਨੋਟੀਫਿਕੇਸ਼ਨ ਪੈਂਡਿੰਗ ਹੈ। ਜਿਵੇਂ MSP ਤੇ ਬਾਸਮਤੀ ਤੇ MSP ਦੀ ਗੱਲ ਹੋਵੇ, ਮੂੰਗੀ ਤੇ MSP ਦੀ ਗੱਲ ਹੋਵੇ, ਔਰ ਬਾਸਮਤੀ ਤੇ MSP ਦੇਣਾ ਕਿੰਨਾ ਹੈ, ਕਿਉਂਕਿ ਇਹ ਉਹ ਐਗਜ਼ੈਕਟ ਵੇਲਾ ਹੈ ਵਿਜੇ ਜਦੋਂ ਐਲਾਨ ਇਸ ਦਾ ਹੋਣਾ ਚਾਹੀਦਾ ਹੈ ਕਿ MSP ਕਿੰਨਾ ਦੇਣਾ, ਤਾਂ ਕਿਸਾਨ ਬਾਸਮਤੀ ਲਗਾਉਣ, ਨਹੀਂ ਤਾਂ ਝੋਨੇ ਵੱਲ ਆਪਣਾ ਰੁਖ ਕਰਨ। ਤਾਂ ਅਜਿਹੀਆਂ ਕਈ ਜਿਹੜੇ ਤਰੁੱਟੀਆਂ ਸੀਗੀਆਂ ਜਿਸ ਬਾਬਤ ਚਰਚਾ ਕੀਤੀ ਜਾਣੀ ਸੀ, ਤਾਂ ਉਹ ਚਰਚਾ ਹੋਈ ਹੈ ਔਰ ਲੱਖੋਵਾਲ ਨੇ ਗੱਲਬਾਤ ਕੀਤੀ ਹੈ, ਜਾਣਕਾਰੀ ਦਿੱਤੀ ਕਿ 13 ਵਿੱਚੋਂ 12 ਮੰਗਾਂ ਤੇ ਸਹਿਮਤੀ ਬਣੀ ਹੈ।